ਵੈਨ ਆਲ ਪਾਰਟਨਰ ਆਰ ਇਨਸੋਲਵੈਂਟ, ਜਦੋਂ ਸਾਰੇ ਪਾਰਟਨਰ ਆਪਣੇ ਇਨਸੋਲਵੈਂਟ ਹੋ ਗਏ ਤਾਂ ਇਹਦਾ ਮਤਲਬ ਕੀ ਹੈਗਾ, ਉਹ ਕੁਛ ਵੀ ਪੈਸੇ ਮਤਲਬ ਹੁਣ ਨਹੀਂ ਲੈ ਕੇ ਆਉਣਗੇ। ਅਤੇ ਜੇ ਕ੍ਰੈਡੀਟਰਸ ਆ ਜਿੰਨਾ ਉਹ ਲੈ ਕੇ ਆਉਣਗੇ, ਮੰਨ ਲਓ ਇਨਸੋਲਵੈਂਟ ਹੋ ਗਏ 50 ਪੈਸੇ ਜਾਂ ਕੁਛ ਵੀ ਹੈ, ਤਾਂ ਕ੍ਰੈਡੀਟਰਸ ਵਗੈਰਾ ਨੂੰ ਪੂਰੇ ਪੈਸੇ ਤਾਂ ਮਿਲਣਗੇ ਨਹੀਂ। ਜੇ 50% ਲੈ ਕੇ ਆਏ ਉਹਨਾਂ ਕੁ ਦੇ ਦਾਂਗੇ, ਜਿੰਨਾ ਕੁ ਲੈ ਕੇ ਆਏ ਆ ਆਪਾਂ ਕੀ ਕਰਾਂਗੇ, ਕ੍ਰੈਡੀਟਰਸ ਵਗੈਰਾ ਨੂੰ ਪੇ ਕਰਾਂਗੇ। ਠੀਕ ਹੈ, ਅਤੇ ਆਪਾਂ ਫਿਰ ਉਹਦੇ ਵਿੱਚ ਆਪਣੇ ਕੋਲ ਅੱਗੇ 2 ਮੈਥਡਸ ਆ ਜਾਂਦੇ ਹੈਗੇ। ਕਿਹੜੇ ਇੱਕ ਆਊਟਸਾਈਡ ਲਾਇਬਿਲਟੀਜ਼ ਆਰ ਨੋਟ ਟਰਾਂਸਫਰ ਟੂ ਰੀਲਾਈਗੇਸ਼ਨ ਅਕਾਊਂਟ। ਇੱਕ ਮੈਥਡ ਕੀ ਕਹਿੰਦਾ ਗਾ ਵੀ ਤੁਸੀਂ ਜਿਹੜੀਆਂ ਆਊਟਸਾਈਡ ਲਾਇਬਿਲਟੀਜ਼ ਆ ਉਹਨਾਂ ਨੂੰ ਟਰਾਂਸਫਰ ਨਾ ਕਰੋ ਰੀਲਾਈਗੇਸ਼ਨ ਅਕਾਊਂਟ ਦੇ ਵਿੱਚ। ਇਹਦੇ ਵਿੱਚ ਸੈਂਡਰੀ ਐਸੈਟਸ ਟਰਾਂਸਫਰ ਕਰ ਦਿਓ ਡੈਬਿਟ ਸਾਈਡ 'ਤੇ, ਜਿਵੇਂ ਅੱਗੇ ਕਰਦੇ ਸੀਗੇ। ਠੀਕ ਹੈ, ਰੀਲਾਈਗੇਸ਼ਨ ਆਫ ਐਸਿਡ ਰੀਲਾਈਗੇਸ਼ਨ ਅਕਾਊਂਟ ਇਜ਼ ਕ੍ਰੈਡਿਟ। ਜਦੋਂ ਮਤਲਬ ਕਿ ਪੈਸੇ ਆਉਣਗੇ ਰੀਲਾਈਗੇਸ਼ਨ ਦੇ ਵਿੱਚ ਕ੍ਰੈਡਿਟ ਸਾਈਡ 'ਤੇ ਪਾਉਂਦੇ ਸੀ ਬਾਈ ਕੈਸ਼ ਵਗੈਰਾ, ਉਹ ਪਾ ਦਾਂਗੇ। ਰੀਲਾਈਗੇਸ਼ਨ ਐਕਸਪੈਂਸਿਸ ਆਪਾਂ ਨੂੰ ਡੈਬਿਟ ਸਾਈਡ 'ਤੇ ਲਿਖਣੇ ਪੈਣੇ। ਰੀਲਾਈਗੇਸ਼ਨ ਐਕਸਪੈਂਸਿਸ ਕੀ ਆ, ਮਤਲਬ ਹੁਣ ਦੇ ਟਾਈਮ 'ਤੇ ਉਹ ਕਰ ਰਹੇ ਹੈਗੇ। ਠੀਕ ਹੈ, ਮੰਨ ਲਓ ਆਪਾਂ ਬਾਹਰਲੇ ਕਿਸੇ ਨੂੰ ਦੇਣੇ ਆ, ਜੇ ਕੋਈ ਪੁਰਾਣੇ ਪੈਸੇ ਰਹਿੰਦੇ ਆ ਉਹ ਤਾਂ ਆਪਾਂ ਅਗਲੇ ਨੂੰ ਕਹਿ ਦਾਂਗੇ ਵੀ ਭਾਈ ਰੁਕ ਕੇ ਦੇ ਦਾਂਗੇ। ਹੁਣ ਜੇ ਆਪਾਂ ਕੋਈ ਨਵਾਂ ਲੈਣਾ ਗਾ, ਮੰਨ ਲਓ ਅਗਲੇ ਨੂੰ ਪਤਾ ਲੱਗ ਗਿਆ ਵੀ ਇਹਨਾਂ ਦੇ ਹਾਲਾਤ ਸਹੀ ਨਹੀਂ, ਇਹ ਮੈਨੂੰ ਪੈਸੇ ਨਹੀਂ ਦੇ ਪਾਉਣਗੇ, ਉਹਨਾਂ ਨੂੰ ਆਪਾਂ ਕਹਾਂਗੇ ਉਧਾਰ ਕਰਨਾ। ਉਧਾਰ ਅਗਲਾ ਕਰੂਗਾ ਨਹੀਂ ਕਰੂਗਾ, ਉਹਨੇ ਕਹਿਣਾ ਮੈਨੂੰ ਤਾਂ ਮੇਰੇ ਅੱਜ ਦੇ ਅੱਜ ਪੇਮੈਂਟ ਕਰੋ। ਜੇ ਆਪਦਾ ਕੰਮ ਕਰਾਉਣਾ ਗਾ ਵਕੀਲ ਵਗੈਰਾ ਹੈ ਨਾ, ਜਾਂ ਕੋਈ ਵੀ ਤਾਂ ਕਹੂਗਾ ਹੀ ਮੇਰੇ ਪੈਸੇ ਦਿਓ ਬਈ। ਤਾਂ ਇਸ ਕਰਕੇ ਉਹ ਤਾਂ ਆਪਾਂ ਨੂੰ ਇੱਥੇ ਪਾਣੀ ਪੈਣੇ ਹੈਗੇ। ਫਿਰ ਕੋਈ ਵੀ ਲਾਇਬਿਲਟੀ ਜਿਵੇਂ ਸਿਕਿਉਰਡ ਆ, ਦੈਨ ਦੈਟ ਲਾਇਬਿਲਟੀ ਵਿਲ ਬੀ ਪੇਡ ਔਨ ਪ੍ਰਾਇਓਰਟੀ ਬੇਸਿਸ ਟੂ ਦ ਐਕਸਟੈਂਟ ਆਫ ਰੀਲਾਈਗੇਸ਼ਨ ਆਫ ਦ ਐਸੈਟ ਕੈਪਟ ਐਜ਼ ਅ ਸਿਕਿਉਰਿਟੀ। ਅਗਰ ਕੋਈ ਲਾਇਬਿਲਟੀ ਸਿਕਿਉਰਡ ਆ, ਮਤਲਬ ਕਿ ਕਿਸੇ ਆਪਾਂ ਲਾਇਬਿਲਟੀ ਸਿਕਿਉਰਡ ਦਾ ਮਤਲਬ ਕੀ ਹੋ ਗਿਆ ਹੈਗਾ ਵੀ ਨਾਲ ਆਪਾਂ ਕੋਈ ਉਹਨੂੰ ਐਸੈਟ ਮੋਰਟਗੇਜ ਕਰਵਾਈ ਵੀ ਹੈ। ਠੀਕ ਹੈ, ਕਿਸੇ ਦੇ ਪੈਸੇ ਦੇਣੇ ਸੀ, ਉਹਨੂੰ ਨਾਲ ਕੋਈ ਚੀਜ਼ ਆਪਾਂ ਗਹਿਣੇ ਧਰੀ ਵੀ ਹੈ, ਤਾਂ ਆਪਾਂ ਨੂੰ ਕੀ ਹੋਊਗਾ, ਪਹਿਲਾਂ ਗਹਿਣੇ ਵਾਲੀ ਚੀਜ਼ ਛਡਾਈਏ ਤਾਂ ਆਪਾਂ ਕੀ ਕਰਾਂਗੇ, ਪਹਿਲੇ ਬੇਸ 'ਤੇ ਉਹਨੂੰ ਪੈਸੇ ਦੇਣੇ। ਫਿਰ ਅਨਸਿਕਿਉਰਡ ਆਊਟਸਾਈਡ ਲਾਇਬਿਲਟੀਜ਼ ਆਰ ਨੋਟ ਟਰਾਂਸਫਰ ਟੂ ਰੀਲਾਈਗੇਸ਼ਨ ਅਕਾਊਂਟ, ਇੱਕ ਸੈਪਰੇਟ ਅਕਾਊਂਟ ਉਹਦੇ ਵਿੱਚ ਪ੍ਰਪੇਅਰ ਕਰਾਂਗੇ। ਜਿੰਨੀ ਵੀ ਅਮਾਊਂਟ ਉਹ ਲੈ ਕੇ ਆਉਣਗੇ ਪ੍ਰਾਈਵੇਟ ਅਸਟੇਟ ਤੋਂ ਕੈਪੀਟਲ ਅਕਾਊਂਟ ਦੇ ਵਿੱਚ ਪਾਈ ਚੱਲਾਂਗੇ। ਅਤੇ ਕੈਸ਼ ਅਕਾਊਂਟ ਦੇ ਵਿੱਚ ਕਿਹੜੀ ਸਾਈਡ 'ਤੇ ਲਿਖਾਂਗੇ, ਡੈਬਿਟ ਸਾਈਡ 'ਤੇ, ਕੈਪੀਟਲ ਅਕਾਊਂਟ ਦੇ ਵਿੱਚ ਕ੍ਰੈਡਿਟ ਸਾਈਡ 'ਤੇ। ਕੈਸ਼ ਅਕਾਊਂਟ ਪ੍ਰਪੇਅਰ ਕਰਾਂਗੇ ਇਨ ਆਰਡਰ ਟੂ ਕੈਲਕੂਲੇਟ ਦ ਅਮਾਊਂਟ ਅਵੇਲੇਬਲ ਫॉर ਪੇਮੈਂਟ ਟੂ ਅਨਸਿਕਿਉਰਡ ਆਊਟਸਾਈਡ ਲਾਇਬਿਲਟੀਜ਼। ਕੈਸ਼ ਅਕਾਊਂਟ ਪ੍ਰਪੇਅਰ ਕਿਵੇਂ ਕੀਤਾ ਗਾ ਆਪਾਂ ਨੇ, ਮਤਲਬ ਕਿ ਆਪਾਂ ਨੂੰ ਪਤਾ ਲੱਗ ਜੇ ਵੀ ਅਨਸਿਕਿਉਰਡ ਪੇਮੈਂਟ ਲਾਇਬਿਲਟੀਜ਼ ਕਿੰਨੀ ਕਰ ਸਕਦੇ ਹਾਂ। ਠੀਕ ਹੈ, ਕਿੰਨੇ ਲੋਕਾਂ ਦੇ ਜਿਨ੍ਹਾਂ ਦੇ ਪੈਸੇ ਦੇਣੇ ਆ, ਕਿੰਨੇ ਪਹੁੰਚੋ ਦੇ ਸਕਦੇ ਹੈਗੇ। ਜਿੰਨਾ ਬੈਲੈਂਸ ਆਊਗਾ ਉਹੀ ਆਪਾਂ ਉਹਦੇ ਨਾਲ ਮਤਲਬ ਪੇਮੈਂਟ ਕਰਨੀ। ਠੀਕ ਹੈ, ਉਸ ਤੋਂ ਬਾਅਦ ਜਿੰਨੀ ਡੈਫੀਸ਼ੀਐਂਸੀ ਆ ਜੂਗੀ ਉਹ ਆਪਾਂ ਮਤਲਬ ਕਿ ਉਹਦੇ ਨਾਲ ਨੋਟ ਪੇ ਟੂ ਦੀਜ਼ ਕ੍ਰੈਡੀਟਰ, ਜਿੰਨੀ ਅਮਾਊਂਟ ਪੇ ਨਹੀਂ ਕਰਾਂਗੇ। ਠੀਕ ਹੈ, ਉਹ ਕੀ ਕਰਾਂਗੇ, ਡੈਫੀਸ਼ੀਐਂਸੀ ਨਾਲ ਕਲੋਜ਼ ਕਰ ਦਾਂਗੇ। ਕੈਪੀਟਲ ਅਕਾਊਂਟ ਆਰ ਕਲੋਜ਼ ਬਾਈ ਟਰਾਂਸਫਰਿੰਗ ਦੇਅਰ ਬੈਲੈਂਸ ਟੂ ਡੈਫੀਸ਼ੀਐਂਸੀ ਅਕਾਊਂਟ। ਕੈਪੀਟਲ ਅਕਾਊਂਟ ਦਾ ਵੀ ਕਿਵੇਂ ਕਲੋਜ਼ ਕਰਾਂਗੇ, ਉਹਨਾਂ ਦਾ ਬੈਲੈਂਸ ਡੈਫੀਸ਼ੀਐਂਸੀ ਅਕਾਊਂਟ ਦੇ ਵਿੱਚ ਪਾ ਦਿਓ। ਡੈਫੀਸ਼ੀਐਂਸੀ ਅਕਾਊਂਟ ਇਫ ਪ੍ਰਪੇਅਰਡ ਵਿਲ ਟੈਲੀ, ਜੇ ਡੈਫੀਸ਼ੀਐਂਸੀ ਅਕਾਊਂਟ ਪ੍ਰਪੇਅਰ ਕਰੋਗੇ ਤਾਂ ਫਿਰ ਉਹ ਟੈਲੀ ਹੋਏਗਾ। ਜਿਵੇਂ ਹੁਣ ਆਪਣੇ ਕੋਲ ਇਲਸਟ੍ਰੇਸ਼ਨ ਆ, ਫੋਲੋਇੰਗ ਇਜ਼ ਦਾ ਬੈਲੈਂਸ ਸ਼ੀਟ ਐਜ਼ ਔਨ 31 ਮਾਰਚ 2024 ਆਫ ਦਾ ਫਰਮ ਹੈਵਿੰਗ 3 ਪਾਰਟਨਰਸ ਅਲਫਾ ਬੀਟਾ ਐਂਡ ਗਾਮਾ। ਠੀਕ ਹੈ, ਆ ਆਪਣੇ ਕੋਲ ਦਿੱਤਾ ਵਾ ਕੁਐਸਚਨ, ਇਹਦੇ ਵਿੱਚ ਕੀ ਆ, ਕਲੋਜ਼ ਦਾ ਬੁੱਕਸ ਆਫ ਫਰਮ। ਤਾਂ ਆਪਾਂ ਰੀਲਾਈਗੇਸ਼ਨ ਅਕਾਊਂਟ ਪ੍ਰਪੇਅਰ ਕਰ ਲਾਂਗੇ। ਐਸਿਡਸ ਨੂੰ ਡੈਬਿਟ ਸਾਈਡ 'ਤੇ ਟਰਾਂਸਫਰ ਕਰ ਲਓ। ਠੀਕ ਹੈ, ਕੀ ਐਸਿਡ ਆ, ਸਟਾਕ ਹੋ ਗਿਆ, ਡੈਟਰਸ ਹੋ ਗਏ, ਫਰਨੀਚਰ ਹੋ ਗਿਆ, ਤਿੰਨਾਂ ਨੂੰ ਡੈਬਿਟ ਸਾਈਡ 'ਤੇ ਲਿਖ ਲਿਆ। ਅਤੇ ਸੈਂਡਰੀ ਕ੍ਰੈਡੀਟਰਸ ਨੂੰ ਹੁਣ ਕ੍ਰੈਡਿਟ ਸਾਈਡ 'ਤੇ ਨਹੀਂ ਲਿਖਾਂਗੇ। ਠੀਕ ਹੈ, ਅਤੇ ਉਸ ਤੋਂ ਬਾਅਦ ਇਹਦੇ ਵਿੱਚ ਜਿੰਨੇ ਪੈਸੇ ਮਿਲਣਗੇ ਉਹ ਕ੍ਰੈਡਿਟ ਸਾਈਡ 'ਤੇ ਲਿਖੀ ਚੱਲਾਂਗੇ। ਫਰਮ ਵਾਜ਼ ਡਿਜ਼ੋਲਵ ਡਿਊ ਟੂ ਇਨਸੋਲਵੈਂਸੀ ਆਫ ਆਲ ਦਾ ਪਾਰਟਨਰਸ। ਇੱਥੇ ਕਲੀਅਰਲੀ ਮੈਂਸ਼ਨ ਹੈ ਵੀ ਸਾਰੇ ਪਾਰਟਨਰ ਕੀ ਹੋ ਗਏ ਹੈਗੇ, ਇੰਸੋਲਵੈਂਟ ਹੋ ਗਏ। ਸਟਾਕ ਵਾਜ਼ ਸੋਲਡ ਫॉर 9900 ਵਾਈਲ ਫਰਨੀਚਰ ਫੈਚ 5000, 4100 ਵਰ ਰਿਸੀਵਡ ਫਰੋਮ ਡੈਟਰਸ। ਤਿੰਨਾਂ ਦੇ ਆਪਾਂ ਨੂੰ ਰੁਪਏ 10 ਤੇ ਇੰਨੇ ਮਿਲੇ ਬਾਈ ਕੈਸ਼ ਅਕਾਊਂਟ ਨਾਲ ਲਿਖਤਾ। ਰੀਲਾਈਗੇਸ਼ਨ ਐਕਸਪੈਂਸ ਟੋਟਲ 220, ਤਾਂ ਟੂ ਕੈਸ਼ ਡੈਬਿਟ ਸਾਈਡ 'ਤੇ ਲਿਖ ਦਾਂਗੇ 220। ਜਿਹੜੀ ਬੈਲੈਂਸਿੰਗ ਫਿਗਰ ਆ ਗਈ ਹੈਗੀ ਉਹ ਕੀ ਆ ਗਿਆ, ਆਪਣਾ ਲਾਸ ਆ ਗਿਆ ਹੈਗਾ। ਫਿਰ ਅੱਗੇ ਨਥਿੰਗ ਕੁਡ ਬੀ ਰਿਕਵਰਡ ਫਰੋਮ ਬੀਟਾ ਐਂਡ ਗਾਮਾ, ਬਟ 600 ਆਪਾਂ ਨੂੰ ਕਲੈਕਟ ਕਰ ਸਕਦੇ ਹਾਂ ਅਲਫਾਜ਼ ਪ੍ਰਾਈਵੇਟ ਅਸਟੇਟ। ਤਾਂ ਆਪਾਂ ਕੈਪੀਟਲ ਅਕਾਊਂਟ ਪ੍ਰਪੇਅਰ ਕਰ ਲਾਂਗੇ। ਬੈਲੈਂਸ ਬਰੋਡ ਡਾਊਨ ਕ੍ਰੈਡਿਟ ਸਾਈਡ 'ਤੇ ਲਿਖਤਾ। ਠੀਕ ਹੈ, ਅਤੇ ਜੀ ਤੋਂ ਜਿੰਨੇ ਰੁਪਏ ਮਿਲੇ ਆ ਬਾਈ ਕੈਸ਼ ਅਕਾਊਂਟ ਨਾਲ ਲਿਖ ਦਾਂਗੇ। ਫਿਰ ਰੀਲਾਈਗੇਸ਼ਨ ਦਾ ਲਾਸ ਹੈ ਡੈਬਿਟ ਸਾਈਡ 'ਤੇ ਲਿਖਾਂਗੇ। P&L ਬੈਲੈਂਸ ਜਿਹਦੇ ਸੀਗਾ ਉਹ ਆਪਾਂ ਟਰਾਂਸਫਰ ਕਰਤਾ ਗਾ। ਫਿਰ ਦੋਨੋਂ ਸਾਈਡ ਟੋਟਲ ਕਰਨਾ। ਬੈਲੈਂਸਿੰਗ ਫਿਗਰ ਆ ਜਾਏਗੀ ਉਹ ਆਪਣੀ ਟੂ ਡੈਫੀਸ਼ੀਐਂਸੀ ਜਾਂ ਬਾਈ ਡੈਫੀਸ਼ੀਐਂਸੀ ਆ ਜਾਏਗੀ। ਜਿਸ ਸਾਈਡ ਵੀ ਬੈਲੈਂਸਿੰਗ ਫਿਗਰ ਆ ਰਹੀ ਹੈ ਉੱਥੇ ਅੱਗੇ ਟੂ ਕੈਸ਼ ਜਾਂ ਬਾਈ ਕੈਸ਼ ਲਿਖਦੇ ਸੀਗੇ, ਬਟ ਹੁਣ ਉਹਦੀ ਜਗ੍ਹਾ 'ਤੇ ਟੂ ਡੈਫੀਸ਼ੀਐਂਸੀ ਜਾਂ ਬਾਈ ਡੈਫੀਸ਼ੀਐਂਸੀ ਲਿਖਾਂਗੇ। ਕੈਸ਼ ਅਕਾਊਂਟ ਬਣਾ ਲੈਂਦੇ ਹਾਂ। ਬੈਲੈਂਸ ਬਰੋਡ ਡਾਊਨ ਡੈਬਿਟ ਸਾਈਡ 'ਤੇ ਲਿਖ ਦਾਂਗੇ। ਰੀਲਾਈਗੇਸ਼ਨ ਤੋਂ ਜਿੰਨੇ ਰੁਪਏ ਮਿਲੇ ਆ, ਠੀਕ ਹੈ, ਡੈਬਿਟ ਸਾਈਡ 'ਤੇ ਆ ਜਾਣਾ। ਅਲਫਾਜ਼ ਕੈਪੀਟਲ 600 ਰੁਪਇਆ ਮਿਲਿਆ ਸੀ, ਉਹ ਡੈਬਿਟ ਸਾਈਡ 'ਤੇ ਲਿਖਤਾ। ਰੀਲਾਈਗੇਸ਼ਨ ਐਕਸਪੈਂਸਿਸ ਸੀਗੇ ਉਹ ਪਾਤੇ ਹੈਗੇ। ਫਿਰ ਲੋਨ ਅਪ ਟੂ ਰੀਲਾਈਜ਼ੇਬਲ ਵੈਲਿਊ ਆਫ ਫਰਨੀਚਰ। ਲੋਨ ਦੇ ਆਪਾਂ ਪੈਸੇ ਦੇਣੇ ਆ, ਕਿੰਨੇ ਪੈਸੇ ਦੇਵਾਂਗੇ, ਜਿੰਨੀ ਆਪਾਂ ਨੂੰ ਰਿਲਾਈਜ਼ ਹੋਈ ਹੈ, ਮਤਲਬ ਕਿ ਉਸ ਤਰੀਕੇ ਦੀ ਸਿਕਿਉਰਡ ਐਸਿਡ ਤੋਂ।
ठीक है। तो 5000 होया तो इस करके बाय लोन अकाउंट कितना लिख देंगे 5000। फिर सनडरी लैबिलिटीज़ जो बैलेंसिंग फिगर आ रही है वो सनडरी लैबिलिटीज़ के नाम नाल लिख देंगे। सनडरी लैबिलिटी अकाउंट प्रिपेयर कर लाँगे। ये टू कैश अकाउंट आ जाऊगा जिहड़ा इहदी बैलेंसिंग फिगर आई सी डेबिट साइड ते लैबिलिटीज़ वैसे उन्होंने बैलेंस क्रेडिट होंदा बाय लोन सी बाय सनडरी क्रेडिटर सी वो वैल्यू लिखती हैगी तो जी बैलेंसिंग फिगर आ गई वो की आ जाएगी टू डेफिशिएंसी। उस तो बाद डेफिशिएंसी अकाउंट प्रिपेयर करांगे। ये अपना जिथे जिथे अपनी डेफिशिएंसी आई सी वो ये पा देनी हैगी। जिमें हुण ये टू डेफिशिएंसी सी सनडरी लैबिलिटी दे तो ये बाय सनडरी लैबिलिटीज़ आ जाएगा मतलब ऑपोजिट साइड ते अल्फा बीटा गामा दे विच जिथे जिथे डेफिशिएंसी सीगी इधर बाय डेफिशिएंसी सीगी तो टू अपना टू वाले पासे आ जाऊ। जे टू डेफिशिएंसी सी वो बाय वाले पासे आ जाऊगी। मैथड when the effect of realization of all assets and liabilities passed through realization account ਜਦੋਂ ਅਸੀਂ realization account ਦੇ through ਇਹਨੂੰ ਪਾਸ ਕਰਦੇ ਹਾਂ। in this case outside liabilities are also transferred to realization account. outside liabilities are paid with the amount available for unsecured outside liabilities which can be ascertained by preparing cash account। ਠੀਕ ਹੈ। ਇਹਦੇ ਵਿੱਚ ਆਪਾਂ ਕੀ ਕਰਾਂਗੇ outside liabilities ਨੂੰ transfer ਕਰਾਂਗੇ realization account ਦੇ ਵਿੱਚ ਤੇ ਆਊਟਸਾਈਡ ਲੈਬਿਲਿਟੀਜ਼ ਨੂੰ ਪੇ ਕਿੰਨੀ ਅਮਾਊਂਟ ਕਰਨੀ ਹੈ ਜਿੰਨੀ ਆਪਣੇ ਕੋਲੇ ਅਵੇਲੇਬਲ ਫॉर ਅਨਸਿਕਿਉਰਡ ਆਊਟਸਾਈਡ ਲੈਬਿਲਿਟੀ। ਇਹਦੇ ਆਪਾਂ ਕਿਵੇਂ ਕਰਨੀ ਹੈ ਕੈਸ਼ ਅਕਾਊਂਟ ਪ੍ਰਪੇਅਰ ਕਰਕੇ। ठीक है। सिक्योर्ड क्रेडिटर आर ऑलवेज पेड ऑन प्रायोरिटी बेसिस एज कंपेयर टू अनसिक्योर्ड क्रेडिटर। भावें जिहड़ा मर्जी मैथड असीं यूज़ कर रहे हैं दोनों दे विच सिक्योर्ड नूं पहलां पेमेंट करांगे ते कित्थों तक जितनी आपां नूं रिलाइजेशन होगी सिक्योरिटी दी मतलब कि जो कोई एसैट आपां उहदे कोल गहने धरीए जिन्ने उह तों मिलणगे उन्ने ही आपां उहनूं अगे पे करने। तो रिलाइजेशन ऑफ लॉस इज ट्रांसफर टू कैपिटल अकाउंट जिहड़ा रिलाइजेशन का लॉस है वो अगे भी ट्रांसफर कर देंगे कैपिटल अकाउंट के विच ते जिहड़ा बैलेंस है कैपिटल अकाउंट वो किहदे विच ट्रांसफर करांगे डेफिशिएंसी अकाउंट के विच। डेफिशिएंसी अकाउंट प्रिपेयर करांगे तो फिर ये टैली करोगे। बस इन्हां दोनों मैथड के विच फर्क यही है अगे एसेट्स नूं ट्रांसफर करते सीगे ते हुण भी करना ही है। लैबिलिटी नूं ट्रांसफर नहीं करते सीगे हुण करना रिलाइजेशन अकाउंट के विच। ਇਹਦੇ ਵਿੱਚ ਆ ਕੁਐਸਚਨ ਆਗਾ ABC ਆਰ 3 ਪਾਰਟਨਰ ਸ਼ੇਅਰਿੰਗ ਪ੍ਰੋਫਿਟ ਐਂਡ ਲਾਸਿਸ ਇਨ ਦੀ ਰੇਸ਼ੋ ਆਫ 2:1। ਠੀਕ ਹੈ। ਬੈਲੈਂਸ ਸ਼ੀਟ ਗਿਵਨ ਆਗੀ। ਇਹਦੇ ਵਿੱਚ ਅੱਗੇ ਜਾ ਕੇ ਆਪਾਂ ਨੂੰ ਕਿਹਾ ਪ੍ਰਪੇਅਰ ਲੈਜ਼ਰ ਅਕਾਊਂਟ ਪਾਸਿੰਗ ਆਲ ਮੈਟਰਸ ਰਿਲੇਟਿੰਗ ਟੂ ਰੀਲਾਈਜੇਸ਼ਨ ਆਫ ਐਸੈਟ ਐਂਡ ਪੇਮੈਂਟ ਆਫ ਲਾਇਬਿਲਿਟੀ ਥਰੂ ਰੀਲਾਈਜੇਸ਼ਨ ਅਕਾਊਂਟ ਮਤਲਬ ਕਹਿੰਦੇ ਸਾਰਾ ਕੁਝ ਤੁਸੀਂ ਕਿਹਦੇ ਵਿੱਚ ਪਾਸ ਕਰਨਾਗਾ ਰੀਲਾਈਜੇਸ਼ਨ ਅਕਾਊਂਟ ਦੇ ਥਰੂ ਹੀ ਇਹਦੀ ਐਂਟਰੀਜ਼ ਪਾਉਣੀ ਹੈ। ਹੁਣ ਰੀਲਾਈਜੇਸ਼ਨ ਅਕਾਊਂਟ ਦੇ ਵਿੱਚ ਐਸੈਟਸ ਨੂੰ ਡੈਬਿਟ ਸਾਈਡ ਤੇ ਪਾ ਲਾਂਗੇ ਪਲਾਂਟ ਐਂਡ ਮਸ਼ੀਨਰੀ ਲੈਂਡ ਐਂਡ ਬਿਲਡਿੰਗ ਫਰਨੀਚਰ ਸਨਰੀ ਡੈਟਰਸ ਸਟਾਕ। ठीक है। कैश B&L ਤੇ ਸੀਜ਼ कैपिटल अकाउंट ਇਹਨਾਂ ਨੂੰ ट्रांसफर ਅੱਗੇ ਵੀ ਨਹੀਂ ਕਰ ਦਿੰਦੇ ਇਹਨਾਂ ਤਿੰਨਾਂ ਚੀਜ਼ਾਂ ਨੂੰ ਸਟਾਕ ਤੱਕ ਸਾਰੀਆਂ ਚੀਜ਼ਾਂ ਡੈਬਿਟ ਸਾਈਡ ਤੇ ਪਾ ਲਈਆਂ ਸਨਡਰੀ ਕ੍ਰੈਡੀਟਰ ਨੂੰ ਕ੍ਰੈਡਿਟ ਸਾਈਡ ਤੇ ਪਾ ਲਿਆ। ਠੀਕ ਹੈ। ਏਜ ਲੋਨ ਪਾਰਟਨਰ ਦਾ ਲੋਨ ਅੱਗੇ ਵੀ ਨਹੀਂ ਪਾਉਂਦੇ ਹੁੰਦੇ ਹੁਣ ਵੀ ਨਹੀਂ ਪਾਵਾਂਗੇ कैपिटल अकाउंट ਹੈ ਇਹ ਵੀ ਨਹੀਂ ਪਾਣੇਗੇ। ਫਿਰ ਜਿਵੇਂ ਕੁਐਸਚਨ ਦੇ ਵਿੱਚ ਕਿਹਾ ਵਾ ਉਸ ਤਰੀਕੇ ਨਾਲ ਆਪਾਂ ਅੱਗੇ ਕਰ ਦਾਂਗੇ। ਇਹਦੇ ਵਿੱਚ ਕਿਹਾ ਵਗਾ ਦ ਐਕਸਪੈਂਸਿਸ ਆਫ ਰੀਲੇਸ਼ਨ ਅਮਾਊਂਟਡ ਟੂ 1000 ਤੇ ਐਕਸਪੈਂਸਿਸ ਟੂ ਕੈਸ਼ ਅਕਾਊਂਟ ਦੇ ਨਾਮ ਨਾਲ 1000 ਪਾ ਦਾਂਗੇ। ਉਸ ਤੋਂ ਬਾਅਦ पेमेंट ਆਪਾਂ ਨੇ ਕਰਨੀ ਹੈਗੀ। ठीक है। सनडरी क्रेडिटर्स नोट प्रिपेयर कर लेना ये देखना अमाउंट बराउट इन बाय वी हैज़ बीन डिटरमिन एज फॉलोज। ठीक है। आप इन्होंने क्या होना भी वो 1/4 पैसे लैके आ रहे जिन्ने भी तो ड्यू हो गए आप चैक करना भी तो ड्यू है किन्ने वो की करा कैश इन हैंड ऑन डिसोल्यूशन डेट अपने को 4000 सीगा एसेट्स किनिया मिल गई रिलाइज हो गई 96,000 तो रिलाइजेशन एक्सपेंसिस के पैसे वो देने पै रहे वो माइनस कर देंगे तो जिन्ना ए तो मिल गया वो भी विच ऐड कर देंगे तो जिन्ना बी तो मिलना वो भी ऐड करांगे। तो यदा मतलब इन्ने रुपए असी की करने हैं क्रेडिटर्स नूं पेमेंट कर सकते हैं। क्रेडिटर नूं पेमेंट करने लिए आपां नूं चेक करना पैना भी मेरे को अज किन्ने रुपए तो वो एक तरीके का थोड़ा कैश अकाउंट ही बन रहा जिन्ने पैसे आए आ वो डेबिट साइड करिए ने प्लस करिए ने जिन्ने गए विचों माइनस कर देंगे। मेरे को स्टार्टिंग तो 4000 सीगा 96,000 एसेट रिलाइज हो गया रिलाइजेशन एक्सपेंसिस हो गए वो माइनस कर देंगे तो ए तो मिले वो तो 4000 सीधे ही पता लग गया 4000 क्यों पता लग गया प्राइवेट एस्टेट 16,000 प्राइवेट लाइबिलिटी 12,000 4000 घरे पिया तो आप मंगा लाँगे 4000 वो ऐड हो गया तो हुण जिन्नी बी ने लैके आनी सी। ठीक है। उन्नी ही आप वो भी ऐड कर देनी सी बट इत्थे पता नहीं गा भी किन्नी बी लैके आऊगा 1,03,000 प्लस एक्स मान लाँगे। ठीक है। एक्स मान लिया तो हुण आपां इहदे विच फिर आप रिलाइजेशन अकाउंट ये दस रहे भी इस तरीके क्लीयर करूँगा। ठीक है। एसेट्स हो गई लाइबिलिटीज़ हो गई इत्थे क्रेडिटर्स भी पेमेंट करांगे 1,03,000 का पक्का पता ही है तो बाकी जिन्नी बी तो लवांगे वो भी तो उन्हीं पे करनी है प्लस एक्स लैक्ता। ठीक है। तो टोटल कर लाँगे डेबिट साइड का तो क्रेडिट साइड का तो अपने को इधर का कितना आ गया है
ਕ੍ਰੈਡਿਟ ਸਾਈਡ ਤੇ 2,46,000, ਡੈਬਿਟ ਸਾਈਡ ਤੇ 2,70,000 ਪਲੱਸ ਐਕਸ ਹੈਗੀ। ਠੀਕ ਹੈ, ਤਾਂ ਉਹਦੇ ਵਿੱਚੋਂ ਆਪਣੀ ਸਿੰਪਲ ਵੈਲਿਊ ਦੇ ਵਿੱਚੋਂ ਮਤਲਬ ਕਿ ਮਾਈਨਸ ਕਰਤਾ ਗਾ 70 ਦੇ 2,70,000 'ਚੋਂ 2,46,000 ਮਾਈਨਸ ਕਰਕੇ 24,000 ਆ ਗਿਆ ਪਲੱਸ ਐਕਸ। ਅਤੇ ਹੁਣ ਬੀ ਦਾ ਸ਼ੇਅਰ ਆਪਾਂ ਨੂੰ ਪਤਾ ਲੋਸ ਦੇ ਵਿੱਚ ਕਿੰਨਾ ਹੈਗਾ 2/5 ਅਤੇ ਆਹ 24,000 ਪਲੱਸ ਐਕਸ ਇੱਕ ਤਰੀਕੇ ਨਾਲ ਲੋਸ ਹੀ ਹੈਗਾ। ਠੀਕ ਹੈ, ਤਾਂ ਆਪਾਂ ਇੱਕ ਇਕੁਏਸ਼ਨ ਸੋਲਵ ਕਰ ਲਾਂਗੇ। 24,000 ਠੀਕ ਹੈ ਨੂੰ 2/5 ਨਾਲ ਮਲਟੀਪਲਾਈ ਕਰਤਾ, ਫਿਰ ਐਕਸ ਨਾਲ ਮਲਟੀਪਲਾਈ ਕਰਤਾ, ਆਹ ਵੈਲਿਊਜ਼ ਆ ਗਈ। ਉਸ ਤੋਂ ਬਾਅਦ ਬੀਜ਼ ਕੈਪੀਟਲ ਅਕਾਊਂਟ ਆਫਟਰ ਟਰਾਂਸਫਰਿੰਗ ਲੋਸ ਔਨ ਰੀਅਲਾਈਜੇਸ਼ਨ ਵਿਲ ਅਪੀਅਰ ਐਜ਼ ਫੋਲੋ। ਇਹਦੇ ਵਿੱਚ ਬੈਲੈਂਸ ਬਰੋਡ ਡਾਊਨ ਹੋ ਜਾਊਗਾ, P&L ਦਾ ਤਾਂ ਸੀਗਾ ਹੀ, ਅਤੇ ਰੀਅਲਾਈਜੇਸ਼ਨ ਦਾ ਲੋਸ 9600 ਪਲੱਸ 2/5। ਅਮਾਊਂਟ ਡਿਊ ਕਿੰਨੀ ਹੈਗੀ ਉਹਦੇ ਤੋਂ ਦੋਨੋਂ ਸਾਈਡਾਂ ਨੂੰ ਮਤਲਬ ਟੋਟਲ ਕਰ ਲਿਆ ਹੈਗਾ। ਠੀਕ ਹੈ, ਟੋਟਲ ਕਰਕੇ ਇੱਧਰ ਤਾਂ 20,000 ਹੀ, ਇੱਧਰ 29,600 ਪਲੱਸ 2/5। ਠੀਕ ਹੈ, ਅਤੇ ਆਪਾਂ ਹੁਣ ਇਹਦੇ ਵਿੱਚ ਇਹਨੂੰ ਫਿਰ ਸੋਲਵ ਕਰ ਲਿਆ। ਇੱਥੇ ਆ ਗਿਆ 2667 ਰੁਪਏ ਐਕਸ ਦੀ ਵੈਲਿਊ ਆ ਗਈ। ਇਹਨੂੰ ਐਕਸ ਦੇ ਵਿੱਚ ਪੁੱਟ ਕਰਾਂਗੇ, ਮਤਲਬ 1,03,000 ਪਲੱਸ 2667 ਇੰਨੇ ਰੁਪਏ ਆਪਾਂ ਕ੍ਰੈਡੀਟਰਸ ਨੂੰ ਪੇਮੈਂਟ ਕਰਨੀ ਹੈ। ਪਲਾਂਟ ਐਂਡ ਮਸ਼ੀਨਰੀ, ਲੈਂਡ ਐਂਡ ਬਿਲਡਿੰਗ, ਫਰਨੀਚਰ, ਡੈਟਰ, ਸਟਾਕ, ਇਹਨਾਂ ਤੋਂ ਜਿੰਨੇ ਰੁਪਏ ਮਿਲੇ ਉਹ ਟੋਟਲ ਕਰਕੇ ਬਾਈ ਕੈਸ਼ ਅਕਾਊਂਟ ਇੱਧਰ ਲਿਖਤਾ ਗਾ। ਉਸ ਤੋਂ ਬਾਅਦ ਕੈਸ਼ ਅਕਾਊਂਟ 'ਚ ਆਪਾਂ ਟੂ ਕੈਸ਼ ਅਕਾਊਂਟ 'ਤੇ ਜਿੰਨੀ ਪੇਮੈਂਟ ਕੀਤੀ ਕ੍ਰੈਡੀਟਰਸ ਨੂੰ ਉਹ ਲਿਖਤੀ, ਦੋਨੋਂ ਸਾਈਡ ਟੋਟਲ ਕੀਤਾ, ਜੋ ਬੈਲੈਂਸਿੰਗ ਫਿਗਰ ਆ ਗਈ ਬਾਈ ਲੋਸ ਔਨ ਰੀਅਲਾਈਜੇਸ਼ਨ ਆ ਗਿਆ। ਉਸ ਤੋਂ ਬਾਅਦ ਕੈਪੀਟਲ ਅਕਾਊਂਟ ਪ੍ਰਪੇਅਰ ਕਰ ਲੈਣਾ। ਬੈਲੈਂਸ ਬਰੋਡ ਔਨ ਜਿਹਦਾ ਡੈਬਿਟ ਹੈ ਡੈਬਿਟ ਸਾਈਡ 'ਤੇ ਪਾ ਦਿਓ, ਜਿਹਦਾ ਕ੍ਰੈਡਿਟ ਬੈਲੈਂਸ ਹੈ ਕ੍ਰੈਡਿਟ ਸਾਈਡ 'ਤੇ ਪਾ ਲਓ। ਏਜ਼ ਲੋਨ ਅਕਾਊਂਟ ਪਾ ਦਾਂਗੇ। ਠੀਕ ਹੈ, ਰੀਅਲਾਈਜੇਸ਼ਨ ਦਾ ਲੋਸ ਸਾਈਡ 'ਤੇ ਪਾ ਦਾਂਗੇ, P&L ਦਾ ਬੈਲੈਂਸ ਸੀ ਉਹ ਵੀ ਡੈਬਿਟ ਸਾਈਡ 'ਤੇ ਪਾ ਦਾਂਗੇ। ਜਿੰਨਾ ਕੈਸ਼ ਰਿਕਵਰ ਹੋਇਆ ਬਾਈ ਕੈਸ਼ ਅਕਾਊਂਟ ਨਾਮ ਦੇ ਨਾਲ ਕ੍ਰੈਡਿਟ ਸਾਈਡ 'ਤੇ ਲਿਖ ਦਾਂਗੇ। 4,000 ਤਾਂ ਆਪਾਂ ਨੂੰ ਉਦੋਂ ਏ ਤੋਂ ਰਿਕਵਰ ਹੋਇਆ ਹੈਗਾ। ਏ ਦਾ ਦਿੱਤਾ ਵਾ ਸੀਗਾ ਪ੍ਰਾਈਵੇਟ ਅਸਟੇਟ 16,000 ਅਤੇ ਲੈਬਿਲਟੀਜ਼ 12,000, ਮਤਲਬ 4,000 ਉਹਦੇ ਕੋਲ ਵੱਧ ਪਿਆ ਹੈਗਾ ਤਾਂ ਆਪਾਂ ਉਹ ਤੋਂ ਮੰਗਾ ਲਾਂਗੇ। ਅਤੇ ਬੀ ਦਾ ਆਪਾਂ ਨੂੰ ਦਿੱਤਾ ਵਾ ਸੀਗਾ ਵੀ 25 ਪੈਸੇ ਇਨ ਰੁਪਏ ਵਿਚ ਵਾਜ ਪੇਬਲ ਔਨ ਹਿਜ਼ ਅਕਾਊਂਟ ਟੂ ਦਾ ਫਰਮ, ਮਤਲਬ ਕਿ ਆਪਾਂ ਨੇ ਵਰਕਿੰਗ ਨੋਟ ਪ੍ਰਪੇਅਰ ਕੀਤਾ ਸੀ, ਉਹਦੇ ਨਾਲ 2667 ਰੁਪਏ ਕੱਢੇ ਸੀ, ਉਹ ਬਾਈ ਕੈਸ਼ ਅਕਾਊਂਟ ਦੇ ਨਾਮ ਨਾਲ ਲਿਖ ਦਾਂਗੇ। ਫਿਰ ਦੋਨੋਂ ਸਾਡੇ ਟੋਟਲ ਕਰਾਂਗੇ, ਜੋ ਬੈਲੈਂਸਿੰਗ ਫਿਗਰ ਆ ਜਾਏਗੀ ਟੂ ਡੈਫੀਸ਼ੀਐਂਸੀ ਅਕਾਊਂਟ ਜਾਂ ਬਾਈ ਡੈਫੀਸ਼ੀਐਂਸੀ ਅਕਾਊਂਟ ਆ ਜਾਏਗੀ। ਉਸ ਤੋਂ ਬਾਅਦ ਕੈਸ਼ ਅਕਾਊਂਟ ਪ੍ਰਪੇਅਰ ਕਰ ਲਾਂਗੇ, ਟੂ ਬੈਲੈਂਸ ਬਰੋਡ ਡਾਊਨ ਡੈਬਿਟ ਸਾਈਡ 'ਤੇ ਲਿਖ ਦਾਂਗੇ, ਟੂ ਰੀਅਲਾਈਜੇਸ਼ਨ ਅਕਾਊਂਟ ਐਸੈਟਸ ਤੋਂ ਜਿੰਨੇ ਪੈਸੇ ਮਿਲੇ ਆ, ਏਜ਼ ਕੈਪੀਟਲ ਬੀਜ਼ ਕੈਪੀਟਲ ਜਿੰਨਾ ਆਪਾਂ 4,2667 ਬਾਈ ਕੈਸ਼ ਦੇ ਨਾਮ ਨਾਲ ਲਿਖਿਆ ਸੀ ਇਹ ਡੈਬਿਟ ਸਾਈਡ 'ਤੇ ਲਿਖ ਦਾਂਗੇ। ਉਸ ਤੋਂ ਬਾਅਦ ਬਾਈ ਰੀਅਲਾਈਜੇਸ਼ਨ ਅਕਾਊਂਟ ਐਕਸਪੈਂਸਿਸ ਦਾ ਹੋ ਗਿਆ, ਕ੍ਰੈਡੀਟਰਸ ਨੂੰ ਜੋ ਪੇਮੈਂਟ ਕੀਤੀ ਉਹ ਦੋਨੋਂ ਸਾਡੇ ਟੋਟਲ ਕਰਾਂਗੇ, ਟੋਟਲ ਮੈਚ ਹੋ ਜਾਏਗਾ। ਅਤੇ ਡੈਫੀਸ਼ੀਐਂਸੀ ਅਕਾਊਂਟ ਬਣਾ ਲਾਂਗੇ, ਟੂ ਬੀਜ਼ ਕੈਪੀਟਲ ਅਕਾਊਂਟ ਟੂ ਸੀਜ਼ ਕੈਪੀਟਲ ਅਕਾਊਂਟ ਡੈਬਿਟ ਸਾਈਡ 'ਤੇ ਆ ਜਾਏਗਾ, ਕਿਉਂਕਿ ਇਹ ਬਾਈ ਡੈਫੀਸ਼ੀਐਂਸੀ ਮਤਲਬ ਕ੍ਰੈਡਿਟ ਸਾਈਡ 'ਤੇ ਸੀ, ਹੁਣ ਡੈਫੀਸ਼ੀਐਂਸੀ ਦੇ ਵਿੱਚ ਇਹਨੂੰ ਡੈਬਿਟ ਸਾਈਡ 'ਤੇ ਲਿਖਾਂਗੇ। ਉਸੇ ਤਰੀਕੇ ਨਾਲ ਏਜ਼ ਕੈਪੀਟਲ ਦੇ ਵਿੱਚ ਟੂ ਡੈਫੀਸ਼ੀਐਂਸੀ ਸੀ, ਇਸ ਕਰਕੇ ਬਾਈ ਏਜ਼ ਕੈਪੀਟਲ ਆ ਜਾਏਗਾ ਡੈਫੀਸ਼ੀਐਂਸੀ ਅਕਾਊਂਟ ਦੇ ਵਿੱਚ। ਇਹਦਾ ਵੀ ਦੋਨੋਂ ਸਾਈਡ ਟੋਟਲ ਕਰਾਂਗੇ ਅਤੇ ਟੋਟਲ ਮੈਚ ਹੋ ਜਾਏਗਾ।